ਹੈਲੋ ਫਰੈਂਡਸ, ਹਾਈ-ਫਾਈ ਜੀਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਇਸ ਚੈਨਲ ਰਾਹੀਂ ਮੈਂ ਤੁਹਾਨੂੰ ਸਮਾਜਿਕ ਸਿੱਖਿਆ ਦੀ ਬੁੱਕ ਵਿੱਚੋਂ ਜਿਹੜਾ ਹੈਗਾ ਹਿਸਟਰੀ ਵਾਲਾ ਪਾਰਟ ਕਵਰ ਕਰਵਾ ਰਹੀ ਹਾਂ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ, ਅਤੇ ਨਾਲ ਹੀ ਨਾਲ ਮੈਂ ਤੁਹਾਨੂੰ ਕਿ ਪੰਜਾਬੀ ਵਿਆਕਰਨ ਦਾ ਵੀ ਅਧਿਐਨ ਕਰਵਾ ਰਹੀ ਹਾਂ। ਉਹਦੇ ਲਈ ਮੈਂ ਤੁਹਾਡੇ ਲਈ ਜਿਹੜੇ ਹੈਗੇ ਆ ਡਿਟੇਲ ਵਿੱਚ ਲੈਕਚਰ ਪਾ ਰੱਖੇ ਨੇ, ਅਤੇ ਨਾਲ ਹੀ ਨਾਲ ਮੈਂ ਤੁਹਾਨੂੰ ਜਿਹੜਾ ਹੈਗਾ 50 ਕੁਐਸਚਨ ਦੀ ਸੀਰੀਜ਼ ਕਰਵਾ ਰਹੀ ਹਾਂ ਤਾਂ ਕਿ ਤੁਹਾਡੀ ਜਿਹੜੀ ਹੈਗੀ ਉਹਨਾਂ ਕੁਐਸਚਨ ਦੀ ਰਿਵੀਜ਼ਨ ਹੁੰਦੀ ਰਹੇ। ਇਹ ਜਿੰਨੇ ਵੀ ਕੁਐਸਚਨ ਨੇ ਇਹ ਸਾਰੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਚਾਹੇ ਉਹ PS ਟੈਟ ਸੈਕਿੰਡ ਦਾ ਐਗਜ਼ਾਮ ਹੋਵੇ, ਠੀਕ ਹੈ, CTET ਦਾ ਐਗਜ਼ਾਮ ਹੋਵੇ, ETT ਦਾ ਸੈਕਿੰਡ ਐਗਜ਼ਾਮ ਹੋਵੇ, ਮਾਸਟਰ ਕੇਡਰ ਦਾ ਐਗਜ਼ਾਮ ਹੋਵੇ। ਇਹ ਤੋਂ ਬਿਨਾਂ PCS ਲਈ ਵੀ ਜਿਹੜੇ ਇਹ ਨੇ ਬਹੁਤ ਇੰਪੋਰਟੈਂਟ ਨੇ। ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਲਾਂ ਮਾਤਰਾ ਕਿਹੜੀ ਧੁਨੀ ਦਾ ਚਿੰਨ੍ਹ ਹੈ? ਦੇਖੋ ਲਾਂ ਵਾ ਜਿਹੜੀ ਇਹ ਕਿਹੜੀ ਧੁਨੀ ਦਾ ਚਿੰਨ੍ਹ ਆ? ਇਡੀਲਮ ਏ। ਧੁਨੀ ਹੁੰਦਾ ਮਤਲਬ ਹੁੰਦਾ ਵਾ ਆਵਾਜ਼। ਜਦੋਂ ਕਹਿੰਦੇ ਕਿਸੇ ਅੱਖਰ ਨਾਲ ਲਾਂ ਲੱਗੀ ਹੁੰਦੀ ਹੈ ਤਾਂ ਕਾਹਦੀ ਆਵਾਜ਼ ਕੱਢਦੀ ਆ? ਏ ਦੀ ਆਵਾਜ਼ ਕੱਢਦੀ ਹੈ। ਜਿਵੇਂ ਆਪਾਂ ਲਿਖਣਾ ਹੋਵੇ ਮੇਲਾ, ਦੇਖੋ ਮੇ ਲਿਖਿਆ ਨਾ, ਪਿੱਛੇ ਏ ਦੀ ਆਵਾਜ਼ ਨਿਕਲਦੀ ਆ, ਠੀਕ ਹੈ। ਅੱਗੇ ਹੈ ਲਾਂ ਮਾਤਰਾ ਕਿਹੜੇ ਸਵਰ ਅੱਖਰਾਂ ਨਾਲ ਨਹੀਂ ਲੱਗਦੀ? ਊੜਾ ਅਤੇ ਆੜਾ ਦੋ ਇਹੋ ਜਿਹੇ ਸਵਰ ਅੱਖਰ ਨੇ ਜਿਹਦੇ ਨਾਲ ਕੀ ਹੈ ਕਿ ਲਾਂ ਦੀ ਵਰਤੋਂ ਨਹੀਂ ਹੁੰਦੀ। ਈੜੀ ਸਵਰ ਆ ਜਿਹੜੀ ਉਹਦੇ ਨਾਲ ਹੁੰਦੀ ਹੈ। ਅੱਗੇ ਹੈ ਦੁਲਾਂ ਲਗ ਮਾਤਰਾ ਕਿਹੜੀ ਸਵਰ ਧੁਨੀ ਦਾ ਚਿੰਨ੍ਹ ਹੈ? ਫਿਰ ਅੱਗੇ ਆ ਗਿਆ ਕਿ ਦੁਲਾਂ ਜਿਹੜੀ ਮਾਤਰਾ ਵਾ ਉਹ ਕਿਹੜੀ ਧੁਨੀ ਦਾ ਮਤਲਬ ਕਿਹੜੀ ਆਵਾਜ਼ ਕੱਢਦੀ ਆ? ਆਲੇ ਦੁਲਾਈਆਂ ਐ ਦੀ ਆਵਾਜ਼ ਕੱਢਦੀ ਆ। ਦੇਖੋ ਜਿਵੇਂ ਆਪਾਂ ਪੈਰ ਲਿਖਣਾ ਹੋਵੇ, ਠੀਕ ਹੈ, ਪੈਰ, ਪੈ, ਪਿੱਛੇ ਆਲੇ ਦੁਲਾਈਆਂ ਐ ਦੀ ਆਵਾਜ਼ ਨਿਕਲਦੀ ਆ ਨਾ। ਅੱਗੇ ਹੈ ਲਾਂ ਜਾਂ ਦੁਲਾਂ ਲਗ ਮਾਤਰਾ ਅੱਖਰ ਨਾਲ ਕਿੱਥੇ ਪਾਈ ਜਾਂਦੀ ਹੈ? ਹਾਂਜੀ, ਅੱਖਰ ਦੇ ਉੱਪਰ ਪਾਈ ਜਾਂਦੀ ਆ। ਕਿਹੜੇ ਅੱਖਰ ਉੱਤੇ ਹੋੜਾ ਪਾਉਣ ਲਈ ਉਸ ਦਾ ਮੂੰਹ ਉੱਪਰੋਂ ਖੁੱਲ੍ਹਾ ਜਿਹੜਾ ਹੈਗਾ ਰੱਖਿਆ ਜਾਂਦਾ ਵਾ? ਉਹ ਹੈਗਾ ਊੜਾ। ਜੇ ਆਪਾਂ ਕੋਈ ਸ਼ਬਦ ਲਿਖਣਾ ਹੋਵੇ, ਠੀਕ ਆ, ਊੜੇ ਦੇ ਉੱਪਰ ਹੋੜਾ ਪਾਉਣਾ, ਜਿਵੇਂ ਆਪਾਂ ਉਪਰੋਕਤ ਲਿਖਣਾ ਤਾਂ ਆਪਾਂ ਕੀ ਕਰਦੇ? ਇੱਦਾਂ ਹੀ ਛੱਡ ਦਿੰਦੇ ਹਾਂ, ਉਪਰੋਕਤ। ਊੜੇ ਦਾ ਮੂੰਹ ਖੁੱਲ੍ਹਾ, ਇਟ ਮੀਨਜ਼ ਕੀ ਆ ਕਿ ਇੱਥੇ ਊੜੇ ਉੱਪਰ ਹੋੜਾ ਲੱਗਿਆ ਹੋਇਆ ਵਾ, ਠੀਕ ਹੈ। ਅੱਗੇ ਹੈ ਹੋੜਾ ਅੱਖਰ ਨਾਲ ਕਿੱਥੇ ਪਾਇਆ ਜਾਂਦਾ ਹੈ? ਉੱਪਰ। ਕਨੌੜਾ ਲਗ ਮਾਤਰਾ ਕਿਹੜੀ ਸਵਰ ਧੁਨੀ ਦਾ ਚਿੰਨ੍ਹ ਹੈ? ਆੜੇ ਕਨੌੜਾ ਔ ਦਾ। ਜਦੋਂ ਕਿਸੇ ਅੱਖਰ ਨਾਲ ਕਹਿੰਦੇ ਆ ਕਿ ਕਨੌੜਾ ਲੱਗਿਆ ਹੁੰਦਾ ਤਾਂ ਉਹ ਕਾਹਦੀ ਆਵਾਜ਼ ਕੱਢਦਾ ਵਾ? ਆੜੇ ਕਨੌੜਾ ਔ ਦੀ। ਫੋਰ ਐਗਜ਼ਾਮਪਲ ਜਿਵੇਂ ਆਪਾਂ ਲਿਖਣਾ ਹੋਵੇ ਕੌੜਾ, ਦੇਖੋ ਵੈਸੇ ਤਾਂ ਆਪਾਂ ਇਹਨੂੰ ਕੌੜਾ ਬੋਲਦੇ ਹਾਂ, ਜਦੋਂ ਆਪਾਂ ਉਹਨੂੰ ਤੋੜ ਕੇ ਆਵਾਜ਼ ਇਹਦੀ ਬੋਲੀ, ਦੇਖੋ ਜਿਵੇਂ ਕੌ, ਤਾਂ ਪਿੱਛੇ ਕਾਹਦੀ ਆਵਾਜ਼ ਆਉਂਦੀ ਹੈ? ਆੜੇ ਕਨੌੜਾ ਔ ਦੀ ਆਵਾਜ਼ ਆਉਂਦੀ ਹੈ। ਕੌ ਦੇ ਪਿੱਛੇ ਕੌੜਾ, ਕੌੜਾ। ਅੱਗੇ ਹੈ ਕਨੌੜਾ ਅੱਖਰਾਂ ਨਾਲ ਕਿੱਥੇ ਪਾਇਆ ਜਾਂਦਾ ਹੈ? ਦੇਖੋ ਆਹ ਕਨੌੜਾ ਜਿਹੜਾ ਲਿਖਿਆ ਹੋਇਆ ਇਹਦੇ ਵਿੱਚ ਵੀ ਕਨੌੜਾ ਅੱਖਰਾਂ ਦੇ ਉੱਪਰ ਪਾਇਆ ਜਾਂਦਾ ਵਾ। ਬਿੰਦੀ ਅਤੇ ਟਿੱਪੀ ਕਿਹੜੇ ਸਵਰ ਚਿੰਨ੍ਹਾਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ? ਨਾਸਕੀ ਸਵਰ ਚਿੰਨ੍ਹਾਂ ਨੂੰ। ਜਿਹੜੇ ਮਤਲਬ ਕੀ ਹੈ ਕਿ ਸ਼ਬਦਾਂ ਨੂੰ ਬੋਲਣ ਲੱਗੇ ਆਪਣੇ ਨੱਕ ਵਿੱਚੋਂ ਆਵਾਜ਼ ਨਿਕਲਦੀ ਆ, ਠੀਕ ਆ, ਉਹਨਾਂ ਉੱਪਰ ਬਿੰਦੀ ਜਾਂ ਟਿੱਪੀ ਜਿਹੜੇ ਲਗਾਖਰ ਨੇ ਉਹਨਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਆ। ਨਾਸਕੀ ਸਵਰ ਚਿੰਨ੍ਹ ਕਿਹੜੇ ਹਨ? ਬਿੰਦੀ ਅਤੇ ਟਿੱਪੀ। ਮੁਕਤਾ, ਸਿਹਾਰੀ, ਔਂਕੜ ਅਤੇ ਦਲੈਂਕੜ ਚਿੰਨ੍ਹ ਨਾਲ ਕਿਹੜੇ ਨਾਸਕੀ ਸਵਰ ਦੀ ਵਰਤੋਂ ਹੁੰਦੀ ਹੈ? ਦੇਖੋ ਮੁਕਤਾ ਦੇ ਨਾਲ ਕਹਿੰਦੇ ਟਿੱਪੀ ਦੀ ਵਰਤੋਂ ਹੁੰਦੀ ਆ। ਹੁਣ ਮੈਂ ਤੁਹਾਨੂੰ ਵਰਤੋਂ ਕਰਕੇ ਦਿਖਾਉਂਦੀ ਹਾਂ ਨਾਲ ਦੀ ਨਾਲ। ਜਿਵੇਂ ਆੜਾ ਮੁਕਤਾ ਵਾ, ਉਹਦੇ ਉੱਤੇ ਟਿੱਪੀ ਪਾਤਾ, ਮੈਂ ਨਾਲ ਬੱਬਾ ਪਾਤਾ, ਕਿਹੜਾ ਸ਼ਬਦ ਬਣ ਗਿਆ? ਅੰਬ ਬਣ ਗਿਆ, ਠੀਕ ਹੈ। ਅੱਗੇ ਹੈਗਾ ਸਿਹਾਰੀ ਨਾਲ ਇਹਦੀ ਵਰਤੋਂ। ਜਿਵੇਂ ਆਪਾਂ ਸਿੰਘ ਲਿਖਣਾ, ਸੱਸੇ ਸਿਹਾਰੀ ਉੱਤੇ ਟਿੱਪੀ ਘੱਗਾ ਪਾਤਾ ਮੈਂ, ਸਿੰਘ ਬਣ ਗਿਆ। ਇੱਥੇ ਸਿਹਾਰੀ ਨਾਲ ਇਹਦੀ ਵਰਤੋਂ ਹੋ ਗਈ। ਅੱਗੇ ਹੈ ਔਂਕੜ ਨਾਲ, ਠੀਕ ਆ, ਇੱਥੇ ਮੈਂ ਪੁੰਨ ਲਿਖਤਾ, ਪੱਪੇ ਔਂਕੜ ਉੱਤੇ ਟਿੱਪੀ ਨੰਨਾ ਪੁੰਨ। ਇੱਥੇ ਕੀ ਆ? ਔਂਕੜ ਨਾਲ ਟਿੱਪੀ ਦੀ ਵਰਤੋਂ ਹੋ ਗਈ। ਅੱਗੇ ਆਪਾਂ ਦਿੱਤਾ ਹੋਇਆ ਦਲੈਂਕੜ, ਜਿਵੇਂ ਮੈਂ ਇੱਥੇ ਲਿਖਦਾ ਕੂੰਜ, ਇੱਥੇ ਕੀ ਆ ਕਿ ਦਲੈਂਕੜ ਨਾਲ ਟਿੱਪੀ ਦੀ ਵਰਤੋਂ ਹੋ ਗਈ, ਠੀਕ ਹੈ। ਅੱਗੇ ਹੈ ਬਿਹਾਰੀ, ਲਾਂ, ਦੁਲਾਂ, ਹੋੜਾ, ਕਨੌੜਾ ਲਗਾਂ ਦੇ ਨਾਲ ਕਹਿੰਦੇ ਕਿਹੜੇ ਨਾਸਕੀ ਚਿੰਨ੍ਹ ਦੀ ਵਰਤੋਂ ਹੁੰਦੀ ਆ? ਤਾਂ ਬਿੰਦੀ ਦੀ ਵਰਤੋਂ ਹੁੰਦੀ ਆ। ਹੁਣ ਮੈਂ ਤੁਹਾਨੂੰ ਬਿੰਦੀ ਦੀ ਵਰਤੋਂ ਵੀ ਇੱਥੇ ਕਰਕੇ ਦਿਖਾਉਂਦੀ ਹਾਂ। ਜਿਵੇਂ ਪਹਿਲਾਂ ਬਿਹਾਰੀ ਨਾਲ ਦਿੱਤਾ ਹੋਇਆ, ਪੱਪੇ ਬਿਹਾਰੀ ਉੱਤੇ ਬਿੰਦੀ ਘੱਗਾ, ਕੀ ਬਣ ਗਿਆ? ਪੀਂਗ। ਇੱਥੇ ਬਿਹਾਰੀ ਦੇ ਨਾਲ ਜਿਹੜੀ ਹੈਗੀ ਆ ਬਿੰਦੀ ਦੀ ਵਰਤੋਂ ਹੋਈ ਆ। ਅੱਗੇ ਕਹਿੰਦੇ ਲਾਂ ਦੇ ਨਾਲ, ਜਿਵੇਂ ਮੈਂ ਇੱਥੇ ਲਿਖਦਾ ਗੱਗੇ ਲਾਵਾਂ ਉੱਤੇ ਬਿੰਦੀ ਦੱਦਾ ਗੇਂਦ, ਇੱਥੇ ਲਾਂ ਦੇ ਨਾਲ ਜਿਹੜੀ ਹੈਗੀ ਆ ਉਹਦੀ। ਅੱਗੇ ਦਿੱਤਾ ਹੋਇਆ ਦੁਲਾਵਾਂ, ਠੀਕ ਹੈ। ਹੁਣ ਦੁਲਾਵਾਂ ਦੇ ਨਾਲ ਜਿਹੜੀ ਵਰਤੋਂ ਆ ਉਹ ਕਰਨੀ ਆ ਆਪਾਂ। ਜਿਵੇਂ ਲਿਖਿਆ ਹੋਇਆ ਬੈਂਚ, ਇਹ ਜਿਹੜੀ ਹੈਗੀ ਆ ਦੁਲਾਵਾਂ ਦੇ ਨਾਲ ਬਿੰਦੀ ਦੀ ਵਰਤੋਂ ਆ। ਅੱਗੇ ਹੈ ਹੋੜਾ, ਹੋੜਾ ਦੇ ਨਾਲ ਹੁਣ ਕਹਿੰਦੇ ਵਰਤੋਂ ਕਿਵੇਂ ਹੋਊਗੀ? ਹਾਹੇ ਹੋੜਾ ਉੱਤੇ ਬਿੰਦੀ ਦੱਦਾ ਹੋਂਦ, ਇੱਥੇ ਹੋੜੇ ਦੇ ਨਾਲ ਜਿਹੜੀ ਹੈਗੀ ਆ ਬਿੰਦੀ ਦੀ ਵਰਤੋਂ ਹੋਊਗੀ।
ਅੱਗੇ ਹੈ ਕਨੌੜਾ। ਹੁਣ ਜਿੱਥੇ ਕਨੌੜਾ ਪਾਇਆ ਹੋਇਆ ਉੱਥੇ ਬਿੰਦੀ ਦੀ ਵਰਤੋਂ ਕਿਵੇਂ ਹੋਊਗੀ? ਜਿਵੇਂ ਆਪਾਂ ਇੱਕ ਸ਼ਬਦ ਲਿਖੀਏ, ਕੁੱਤੇ ਦੀ ਆਵਾਜ਼ ਜਿਹੜੀ ਹੁੰਦੀ ਆ ਭੌਂਕਣਾ, ਇੱਥੇ ਦੇਖੋ ਕਨੌੜੇ ਦੇ ਨਾਲ ਜਿਹੜੀ ਹੈਗੀ ਆ ਬਿੰਦੀ ਦੀ ਵਰਤੋਂ ਹੋਈ ਆ। ਅੱਗੇ ਹੈ ਆਦਿਕ ਦੀ ਵਰਤੋਂ ਕਿਹੜੀ ਕਿਹੜੀ ਲਗ ਨਾਲ ਹੁੰਦੀ ਹੈ? ਮੁਕਤਾ ਨਾਲ, ਸਿਹਾਰੀ ਨਾਲ ਅਤੇ ਔਂਕੜ ਦੇ ਨਾਲ। ਦੇਖੋ ਇੱਥੇ ਜਿਵੇਂ ਆਪਾਂ ਮੁਕਤਾ ਦੇ ਨਾਲ ਲਿਖਣਾ ਹੋਵੇ ਅੱਜ ਲਿਖਣਾ ਹੋਵੇ ਆੜੇ ਆਦਿਕ ਜੱਜਾ ਅੱਜ। ਸਿਹਾਰੀ ਦੇ ਨਾਲ ਕੀ ਲਿਖਣਾ ਹੋਵੇ? ਸਿਹਾਰੀ ਦੇ ਨਾਲ ਆਪਾਂ ਖਿੱਚ ਲਿਖਣਾ ਹੋਵੇ ਖੱਖੇ ਸਿਹਾਰੀ ਉੱਤੇ ਆਦਿਕ ਚੱਚਾ ਖਿੱਚ। ਠੀਕ ਆ। ਔਂਕੜ ਦੇ ਨਾਲ ਆਪਾਂ ਜਿਵੇਂ ਪੁੱਛ ਲਿਖਣਾ ਹੋਵੇ ਪੱਪੇ ਔਂਕੜ ਉੱਤੇ ਆਦਿਕ ਚੱਚਾ ਪੁੱਛ। ਇੱਦਾਂ ਜਿਹੜੀ ਹੈਗੀ ਆ ਆਦਿਕ ਦੀ ਵਰਤੋਂ ਹੁੰਦੀ ਹੈ ਇਹਨਾਂ ਮਾਤਰਾਵਾਂ ਦੇ ਨਾਲ। ਅੱਗੇ ਹੈ ਊੜਾ ਨਾਲ ਕਿਹੜੇ ਨਾਸਕੀ ਸਵਰ ਚਿੰਨ੍ਹ ਦੀ ਵਰਤੋਂ ਹੁੰਦੀ ਹੈ? ਊੜਾ ਨਾਲ ਕੇਵਲ ਜਿਹੜੀ ਹੈਗੀ ਆ ਬਿੰਦੀ ਦੀ ਵਰਤੋਂ ਹੁੰਦੀ ਹੈ। ਜਿਵੇਂ ਆਪਾਂ ਉਂਗਲ ਲਿਖਣਾ ਹੈ ਨਾ, ਊੜੇ ਔਂਕੜ ਉੱਤੇ ਬਿੰਦੀ ਗੱਗਾ ਲੱਲਾ ਉਂਗਲ ਬਣ ਗਿਆ ਨਾ। ਅੱਗੇ ਹੈ ਕਿਹੜੇ ਸ਼ਬਦ ਲਿਖਣ ਸਮੇਂ ਦੁਲਾਵਾਂ ਨਾਲ ਆਦਿਕ ਪੈਂਦੀ ਹੈ? ਅੰਗਰੇਜ਼ੀ ਦੇ ਸ਼ਬਦ ਜਦੋਂ ਲਿਖਣੇ ਆਪਾਂ, ਜਿਵੇਂ ਫੋਰ ਐਗਜ਼ਾਮਪਲ ਆਪਾਂ ਪੈਨ ਲਿਖਣਾ ਪੱਪੇ ਦੁਲਾਵਾਂ ਉੱਤੇ ਆਦਿਕ ਨੰਨਾ ਪੈਨ। ਠੀਕ ਆ। ਇਹ ਅੰਗਰੇਜ਼ੀ ਦਾ ਸ਼ਬਦ ਆ, ਉਹਨੂੰ ਹੂਬਹੂ ਪੰਜਾਬੀ 'ਚੋਂ ਮੈਂ ਲਿਖਣਾ ਤਾਂ ਉੱਪਰ ਆਦਿਕ ਪਾਇਆ ਜਾਂਦਾ। ਸੁੰਦਰ ਲਿਖਾਈ ਲਈ ਅੱਖਰਾਂ ਦਾ ਆਕਾਰ ਕਿਹੋ ਜਿਹਾ ਹੋਣਾ ਚਾਹੀਦਾ ਵਾ? ਆਕਾਰ ਜਿਹੜਾ ਹੈਗਾ ਇੱਕੋ ਜਿਹਾ ਹੋਣਾ ਚਾਹੀਦਾ। ਇਹ ਤੋਂ ਬਿਨਾਂ ਉਹਨਾਂ ਵਿੱਚ ਜਿਹੜਾ ਡਿਸਟੈਂਸ ਆ ਉਹ ਵੀ ਇੱਕੋ ਜਿਹਾ ਹੋਣਾ ਚਾਹੀਦਾ ਵਾ। ਬਿੰਦੀ ਟਿੱਪੀ ਅਤੇ ਆਦਿਕ ਨੂੰ ਕੀ ਕਿਹਾ ਜਾਂਦਾ ਹੈ? ਲਗਾਖਰ। ਗੁਰਮੁਖੀ ਵਿੱਚ ਕਿੰਨੇ ਲਗਾਖਰ ਹਨ? 3 ਲਗਾਖਰ ਹਨ। 2 ਅਜਿਹੇ ਸ਼ਬਦ ਜੋੜ ਲਿਖੋ ਜਿਨ੍ਹਾਂ ਤੋਂ ਪਤਾ ਲੱਗੇ ਕਿ ਸ਼ਬਦਾਂ ਅਤੇ ਟਿੱਪੀ ਦੀ ਵਰਤੋਂ ਕਰਨ ਜਾਂ ਨਾ ਕਰਨ ਨਾਲ ਉਹਨਾਂ ਦੇ ਅਰਥਾਂ ਵਿੱਚ ਕੀ ਫਰਕ ਪੈਂਦਾ ਹੈ। ਠੀਕ ਹੈ। ਉਹ ਦੱਸਣਾ ਆਪਾਂ ਕਿ ਜੇ ਆਪਾਂ ਕਿਸੇ ਸ਼ਬਦ 'ਤੇ ਟਿੱਪੀ ਲਾਉਂਦੇ ਹਾਂ ਜਾਂ ਨਹੀਂ ਲਾਉਂਦੇ ਉਹਨਾਂ ਕੀ ਫਰਕ ਪੈਂਦਾ ਉਹਨੂੰ ਬੋਲਣ ਦੇ ਵਿੱਚ। ਦੇਖੋ ਜਿਵੇਂ ਪਹਿਲਾਂ ਮੁਕਤਾ ਨਾਲ ਲਿਖਿਆ ਤਾਂ ਕੀ ਬਣਿਆ? ਮਨ। ਜਦੋਂ ਇਹ 'ਤੇ ਟਿੱਪੀ ਲਾਈ ਤਾਂ ਕੀ ਬਣ ਗਿਆ? ਮਨ। ਠੀਕ ਆ। ਉਹ ਮਨ ਬਣ ਗਿਆ ਆਪਣਾ ਇੱਕ ਤਰ੍ਹਾਂ ਨਾਲ ਜਿਵੇਂ ਦਿਮਾਗ। ਮਨ ਬਣ ਗਿਆ ਕਿ ਕਿਸੇ ਗੱਲ ਨੂੰ ਮੰਨਣਾ, ਕਿਸੇ ਨੂੰ ਐਕਸੈਪਟ ਕਰਨਾ ਹੈ ਨਾ। ਹਾਸਾ ਜਿਹੜਾ ਜਦੋਂ ਆਦਿਕ ਪੈ ਗਿਆ ਤਾਂ ਹੱਸ ਬਣ ਗਿਆ ਨਾ। ਹੱਸ ਦਾ ਮਤਲਬ ਹੁੰਦਾ ਹੱਸਣਾ, ਸਮਾਈਲ ਕਰਨਾ, ਲਾਫ ਕਰਨਾ। ਐਂਡ ਹੰਸ ਜਦੋਂ ਟਿੱਪੀ ਪੈ ਗਿਆ ਤਾਂ ਉਹ ਕੀ ਬਣ ਗਿਆ? ਹੰਸ। ਇਹ ਕੀ ਆ? ਇੱਕ ਪੰਛੀ ਦਾ ਨਾਮ ਹੈ। ਅੱਗੇ ਹੈ 2 ਅਜਿਹੇ ਸ਼ਬਦ ਜੋੜ ਲਿਖੋ ਜਿਨ੍ਹਾਂ ਤੋਂ ਪਤਾ ਲੱਗੇ ਕਿ ਸ਼ਬਦਾਂ ਅਤੇ ਬਿੰਦੀ ਦੀ ਵਰਤੋਂ ਕਰਨ ਜਾਂ ਨਾ ਕਰਨ ਨਾਲ ਉਹਨਾਂ ਦੇ ਅਰਥਾਂ ਵਿੱਚ ਕੀ ਫਰਕ ਪੈਂਦਾ ਹੈ। ਠੀਕ ਆ। ਹੁਣ ਆਪਾਂ ਨੂੰ 2 ਸ਼ਬਦ ਦਿੱਤੇ ਹੋਏ ਆ, ਇੱਥੇ ਆਪਾਂ ਬਿੰਦੀ ਦੀ ਵਰਤੋਂ ਨਾਲ ਦੇਖਣਾ ਕੀ ਫਰਕ ਪੈਣਾ। ਪਹਿਲਾਂ ਦਿੱਤਾ ਹੋਇਆ ਸਾਗ, ਬਿੰਦੀ ਨਹੀਂ ਪਾਈ ਨਾ, ਸਾਗ ਜਿਹੜਾ ਆਪਾਂ ਸਾਗ ਬਣਾਉਂਦੇ ਹਾਂ ਠੀਕ ਹੈ ਖਾਣ ਦੇ ਲਈ ਸਰੋਂ ਦਾ। ਅੱਗੇ ਬਿੰਦੀ ਪਾ ਦਿੱਤੀ ਤਾਂ ਕੀ ਬਣ ਗਿਆ? ਸਾਂਗ। ਸਾਂਗ ਮਤਲਬ ਕੀ ਹੈ ਕਿ ਕਿਸੇ ਦੀ ਰੀਸ ਲਾਉਣਾ। ਫਿਰ ਆ ਗਿਆ ਸੌਦਾ। ਜਦੋਂ ਬਿੰਦੀ ਨਹੀਂ ਪਾਈ ਤਾਂ ਸੱਸੇ ਕਨੌੜਾ ਦੱਦੇ ਕੰਨਾ ਕੀ ਬਣ ਗਿਆ? ਸੌਦਾ ਬਣ ਗਿਆ ਨਾ। ਸੌਦਾ ਜਿਹੜਾ ਰਾਸ਼ਨ ਪਾਣੀ ਆ ਗਿਆ। ਠੀਕ ਹੈ। ਜਾਂ ਕਿਸੇ ਚੀਜ਼ ਦਾ ਵਪਾਰ ਕਰਨਾ ਉਹਨੂੰ ਵੀ ਸੌਦਾ ਕਹਿ ਦਿੰਦੇ ਆ। ਅਤੇ ਇੱਕ ਬਣ ਗਿਆ ਉੱਤੇ ਬਿੰਦੀ ਪਾ ਕੇ ਕੀ ਬਣ ਗਿਆ? ਸੌਂਦਾ ਕਿ ਸੌਂ ਰਿਹਾ। ਠੀਕ ਹੈ। ਇੱਦਾਂ ਜਿਹੜਾ ਕੀ ਆ ਕਿ ਬਿੰਦੀ ਟਿੱਪੀ ਜਾਂ ਆਦਿਕ ਲਗਾਖਰ ਪਾਉਣ ਨਾਲ ਜਿਹੜੇ ਅੱਖਰ ਆ ਉਹਨਾਂ ਦਾ ਮੀਨਿੰਗ ਵੀ ਬਦਲ ਜਾਂਦਾ ਅਤੇ ਨਾਲ ਹੀ ਨਾਲ ਉਹਨਾਂ ਦਾ ਜਿਹੜਾ ਉਚਾਰਨ ਆ ਉਹ ਵੀ ਬਦਲ ਜਾਂਦਾ ਵਾ। 2 ਅਜਿਹੇ ਸ਼ਬਦ ਜੋੜ ਲਿਖੋ ਜਿਨ੍ਹਾਂ 'ਤੇ ਪਤਾ ਲੱਗੇ ਕਿ ਸ਼ਬਦਾਂ ਅਤੇ ਆਦਿਕ ਦੀ ਵਰਤੋਂ ਕਰਨ ਜਾਂ ਨਾ ਕਰਨ ਨਾਲ ਉਹਨਾਂ ਦੇ ਅਰਥਾਂ ਵਿੱਚ ਕੀ ਫਰਕ ਪੈਂਦਾ ਵਾ। ਜਿਵੇਂ ਪਹਿਲਾਂ ਘੱਟ ਲਿਖਿਆ ਹੁੰਦਾ ਮਤਲਬ ਕਿਸੇ ਚੀਜ਼ ਦਾ ਘੱਟ ਜਾਣਾ। ਫਿਰ ਹੈਗਾ ਘੱਟ ਕਿ ਉਹ ਹੈ ਹੀ ਘੱਟ ਆ। ਅੱਗੇ ਹੈਗਾ ਤਕੜੀ। ਤਕੜੀ ਮਤਲਬ ਕੀ ਆ ਕਿ ਆਪਾਂ ਬਲਵਾਨ ਕਹਿ ਦਈਏ ਹੈ ਨਾ ਕੋਈ ਚੀਜ਼ ਤਕੜੀ ਆ। ਅਤੇ ਆਹ ਵਾਲੀ ਤਕੜੀ ਕੀ ਬਣ ਗਈ? ਜਿਹੜਾ ਇੱਕ ਤੋਲਣ ਵਾਲਾ ਆਪਾਂ ਕਹਿ ਦਈਏ ਪੈਮਾਨਾ ਵਾ, ਤਕੜੀ ਹੁੰਦੀ ਆ ਜਿਹੜੀ। ਠੀਕ ਹੈ। ਆਦਿਕ ਪਾਉਣ ਨਾਲ ਕੀ ਫਰਕ ਪੈ ਗਿਆ ਦੇਖੋ ਦੋਨਾਂ ਦੇ ਮੀਨਿੰਗਸ ਦੇ ਵਿੱਚ। ਪੰਜਾਬੀ ਵਿਆਕਰਨ ਦੇ ਕਿਹੜੇ ਅੱਖਰਾਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ? ਦੇਖੋ ਪੰਜਾਬੀ ਵਿਆਕਰਨ ਵਿੱਚ ਨਈਆਂ, ਅਣਈਆਂ, ਨਾਣਾ, ਡਾੜਾ, ਲੱਲੇ ਪੈਰ ਬਿੰਦੀ ਇਹੋ ਜਿਹੇ ਅੱਖਰ ਨੇ ਜਿਨ੍ਹਾਂ ਤੋਂ ਕੋਈ ਵੀ ਜਿਹੜਾ ਹੈਗਾ ਸ਼ਬਦ ਸ਼ੁਰੂ ਨਹੀਂ ਹੁੰਦਾ। ਪੰਜਾਬੀ ਵਿਆਕਰਨ ਦੇ ਨਾਸਕੀ ਵਿਅੰਜਨ ਕਿੰਨੇ ਹਨ? 5 ਨੇ। ਕਿਹੜੇ ਕਿਹੜੇ ਆ? ਉਹ ਤੁਹਾਨੂੰ ਮੈਂ ਲਾਸਟ ਵੀਡੀਓ ਵਿੱਚ ਪੜ੍ਹਾਇਆ ਹੋਇਆ, ਉਹਦੇ ਵਿੱਚ ਜਾ ਕੇ ਤੁਸੀਂ ਦੇਖੋ ਅਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਉਹ ਕਿਹੜੇ ਕਿਹੜੇ ਨੇ। ਠੀਕ ਹੈ। ਪੰਜਾਬੀ ਵਿੱਚ ਤਾਲਵੀ ਵਿਅੰਜਨ ਕਿਹੜੇ ਹਨ? ਲਿਖੇ ਹੋਏ ਆ ਦੇਖੋ। ਜਦੋਂ ਆਪਾਂ ਇਹਨਾਂ ਨੂੰ ਬੋਲਦੇ ਹਾਂ ਤਾਂ ਆਪਣੀ ਜੀਭ ਆ ਜਿਹੜੀ ਤਾਲੂਏ ਦੇ ਨਾਲ ਛੁੰਦੀ ਹੈ। ਜਿਵੇਂ ਚੱਚਾ, ਛੱਛਾ, ਜੱਜਾ, ਨਈਆਂ, ਸੱਸੇ ਪੈਰ ਬਿੰਦੀ, ਜਈਆ। ਠੀਕ ਹੈ। ਇਹ ਕੀ ਨੇ? ਤਾਲਵੀ ਵਿਅੰਜਨ ਨੇ। ਵਿਆਕਰਨ ਦਾ ਸਭ ਤੋਂ ਪਹਿਲਾ ਅੰਗ ਕਿਹੜਾ ਹੈ? ਧੁਨੀਬੋਧ। ਵਿਆਕਰਨ ਦੇ ਬਾਕੀ ਜਿਹੜੇ ਅੰਗ ਨੇ ਉਹ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਕਮੈਂਟਸ ਦੇ ਵਿੱਚ ਦੱਸਣੇ ਆ ਕਿ ਹੋਰ ਕਿਹੜੇ ਅੰਗ ਨੇ। ਠੀਕ ਹੈ। ਪੰਜਾਬੀ ਵਿੱਚ ਦੁੱਤ ਅੱਖਰ ਕਿਹੜੇ ਹਨ? ਹਾਹਾ, ਰਾਰਾ ਅਤੇ ਵਾਵਾ। ਦੁੱਤ ਅੱਖਰ ਕਿਹੜੇ ਹੁੰਦੇ ਆ ਕਿ ਜਿਹੜੇ ਦੂਜੇ ਅੱਖਰਾਂ ਦੇ ਪੈਰਾਂ ਵਿੱਚ ਪਾਏ ਜਾਂਦੇ ਨੇ। ਭਾਸ਼ਾ ਦਾ ਪਹਿਰਾਵਾ ਕਿਹੜੀ ਚੀਜ਼ ਨੂੰ ਆਖਦੇ ਹਨ? ਲਿਪੀ ਨੂੰ। ਪੰਜਾਬੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ? 10 ਲਗਾਂ ਦੀ।
ਪੰਜਾਬੀ ਭਾਸ਼ਾ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ? ਗੁਰਮੁਖੀ। ਵਿਆਕਰਨ ਦੇ ਜਿਸ ਭਾਗ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਕੀ ਆਖਦੇ ਹਨ? ਸ਼ਬਦ-ਬੋਧ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ? ਧੁਨੀ। ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਕੀ ਬਣਦਾ ਹੈ? ਸ਼ਬਦ। ਅਰਥ-ਬੋਧ ਤੋਂ ਕੀ ਭਾਵ ਹੈ? ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ ਵਾ ਜਿਹੜੀ ਉਹਨੂੰ ਅਰਥ-ਬੋਧ ਕਹਿੰਦੇ ਆ। ਅਰਥ-ਬੋਧ ਵਿੱਚ ਕਿਹੜੇ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ? ਬਹੁ-ਆਰਥਕ ਸ਼ਬਦ ਹੋ ਗਏ, ਸਮਾਨਾਰਥਕ ਸ਼ਬਦ ਹੋ ਗਏ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਐਂਡ ਵਿਰੋਧਾਰਥਕ ਜਿਹੜੇ ਆਪਣੇ ਵਿਰੋਧੀ ਸ਼ਬਦ ਹੁੰਦੇ ਨੇ। ਬੋਲੀ ਸ਼ਬਦ ਕਿਸ ਤੋਂ ਬਣਿਆ ਹੈ? ਬੋਲ ਤੋਂ। ਗੁਰਮੁਖੀ ਦੇ ਪਹਿਲਾਂ ਕਿੰਨੇ ਅੱਖਰ ਸਨ? 35। ਭਾਸ਼ਾ ਦੇ ਲਿਖਤੀ ਰੂਪ ਨੂੰ ਕੀ ਕਿਹਾ ਜਾਂਦਾ ਹੈ? ਸਾਹਿਤਿਕ ਜਾਂ ਟਕਸਾਲੀ ਭਾਸ਼ਾ। ਗੁਰਮੁਖੀ ਵਰਣਮਾਲਾ ਕਿਸ ਨੂੰ ਕਿਹਾ ਜਾਂਦਾ ਹੈ? ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਹਨੂੰ ਕੀ ਕਹਿੰਦੇ ਆ? ਗੁਰਮੁਖੀ ਵਰਣਮਾਲਾ ਕਹਿੰਦੇ ਆ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਤੇ ਫੱਫੇ ਪੈਰ ਬਿੰਦੀ। ਅੱਖਰ ਕਿਹੜੀਆਂ ਧੁਨੀਆਂ ਨੂੰ ਅੰਕਿਤ ਕਰਦੇ ਹਨ? ਅਰਬੀ ਤੇ ਫਾਰਸੀ ਧੁਨੀਆਂ ਨੂੰ। ਪੰਜਾਬੀ ਵਿਭਾਗ ਪਟਿਆਲਾ ਨੇ ਕਿਹੜੀ ਨਵੀਂ ਧੁਨੀ ਦੀ ਪਛਾਣ ਕੀਤੀ ਹੈ? ਲੱਲੇ ਪੈਰ ਬਿੰਦੀ ਦੀ। ਉਹ ਕਿਹੜੀਆਂ ਧੁਨੀਆਂ ਹਨ ਜਿਨ੍ਹਾਂ ਦੀ ਹੋਂਦ ਲਿਖਤ ਵਿੱਚ ਤਾਂ ਹੈ ਪਰੰਤੂ ਬੋਲਚਾਲ ਵਿੱਚ ਨਹੀਂ? ਉਹ ਹੈ ਘੱਗਾ, ਝੱਜਾ, ਢੱਡਾ, ਧੱਦਾ ਤੇ ਪੱਬਾ। ਗੁਰਮੁਖੀ ਲਿਪੀ ਕਿਹੜੀਆਂ ਧੁਨੀਆਂ ਵਿੱਚੋਂ ਨਿਕਲੀ ਹੈ? ਟਾਕਰੀ ਅਤੇ ਸ਼ਾਰਦਾ ਲਿਪੀਆਂ ਵਿੱਚੋਂ। ਟਾਕਰੀ ਅਤੇ ਸ਼ਾਰਦਾ ਲਿਪੀਆਂ ਕਿਹੜੀ ਲਿਪੀ ਤੋਂ ਵਿਕਸਿਤ ਹੋਈਆਂ ਹਨ? ਬ੍ਰਹਮੀ ਲਿਪੀ ਤੋਂ। ਬੋਲੀ ਤੇ ਲਿਪੀ ਦਾ ਕੀ ਸੰਬੰਧ ਹੈ? ਲਿਪੀ ਬੋਲੀ ਨੂੰ ਰੂਪ ਪ੍ਰਦਾਨ ਕਰਦੀ ਹੈ। ਗੁਰਮੁਖੀ ਲਿਪੀ ਦੇ ਹੋਰ ਕਿਹੜੇ ਨਾਂ ਪ੍ਰਸਿੱਧ ਹਨ? 35, 35 ਅੱਖਰੀ, ਪੰਜਾਬੀ ਲਿਪੀ। ਜਲੰਧਰ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ? ਦੁਆਬੀ। ਇੱਕ ਭਾਸ਼ਾਈ ਖੇਤਰ ਵਿੱਚ ਪ੍ਰਤੀਤ ਹੋ ਰਹੇ ਭਿੰਨ ਭਾਸ਼ਾ ਰੂਪਾਂ ਨੂੰ ਕੀ ਕਿਹਾ ਜਾਂਦਾ ਹੈ? ਉਪਭਾਸ਼ਾਵਾਂ। ਲੁਧਿਆਣਾ ਜ਼ਿਲ੍ਹਾ ਵਿੱਚ ਕਿਹੜੀ ਉਪਬੋਲੀ ਬੋਲੀ ਜਾਂਦੀ ਹੈ? ਮਲਵਈ। ਸਾਰੇ ਪੰਜਾਬ ਵਿੱਚ ਵਰਤੀ ਜਾਣ ਵਾਲੀ ਸਰਬ ਸਾਂਝੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ? ਮਿਆਰੀ ਜਾਂ ਟਕਸਾਲੀ ਭਾਸ਼ਾ। ਜ਼ਿਲ੍ਹਾ ਰੋਪੜ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਪੁਆਧੀ। ਇਸ ਦੇ ਨਾਲ ਹੀ ਮੇਰੇ ਅੱਜ ਦੇ ਕੁਐਸਚਨ ਤੁਸੀਂ ਆਨਸਰ ਦੇਣਾ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਿਹੜੀ ਜਿਹੜੀ ਹੈਗੀ ਉਪਭਾਸ਼ਾ ਬੋਲੀ ਜਾਂਦੀ ਆ? ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ? ਹਾਂਜੀ, ਅੰਮ੍ਰਿਤਸਰ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ? ਮੈਨੂੰ ਕਮੈਂਟ ਕਰਕੇ ਦੱਸਣਾ ਸਾਰਿਆਂ ਨੇ, ਫਿਰ ਹੀ ਮੈਨੂੰ ਪਤਾ ਲੱਗੂ ਨਾ ਕਿ ਜਿਹੜੀ ਮੈਂ ਰਿਵੀਜ਼ਨ ਕਰਵਾ ਰਹੀ ਹਾਂ ਤੁਸੀਂ ਉਹਨੂੰ ਧਿਆਨ ਨਾਲ ਸਮਝ ਵੀ ਰਹੇ ਹੋ, ਸੁਣ ਵੀ ਰਹੇ ਹੋ। ਅਤੇ ਇਸ ਦੇ ਨਾਲ ਹੀ ਮੇਰੀ ਅੱਜ ਦੀ ਵੀਡੀਓ ਜਿਹੜੀ ਖਤਮ ਹੁੰਦੀ ਆ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।